ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਚੌਥੇ ਅਧਿਆਇ ਦੀ ਸ਼ੁਰੂਆਤ ਕਰਾਂਗੇ, ਆਪਰੇਟਰਸ ਐਂਡ ਐਕਸਪ੍ਰੈਸ਼ਨਸ। ਜਿਵੇਂ ਕਿ ਆਪਾਂ ਪਿਛਲੇ ਚੈਪਟਰ ਦੇ ਵਿੱਚ ਕਨਸਟੈਂਟਸ ਬਾਰੇ ਪੜ੍ਹਿਆ ਸੀ, ਆਪਰੇਟਰਸ ਇਸ ਚੈਪਟਰ ਦੇ ਵਿੱਚ ਆਪਰੇਟਰਸ ਬਾਰੇ ਪੜ੍ਹਾਂਗੇ। ਆਪਰੇਟਰਸ ਭਾਸ਼ਾ ਦੀ ਕਿਰਿਆ ਹਨ ਜੋ ਉਪਭੋਗਤਾ ਨੂੰ ਮੁੱਲਾਂ ਦੀ ਗਣਨਾ ਕਰਨ ਦੀ ਆਗਿਆ ਦਿੰਦੇ ਹਨ। ਯਾਦ ਰੱਖੋ, ਆਪਰੇਟਰਸ ਉਹ ਹਨ ਜੋ ਕਿਰਿਆ ਹਨ ਜਿਸ ਦੀ ਮਦਦ ਨਾਲ ਅਸੀਂ ਕਿਰਿਆ ਕਰ ਸਕਦੇ ਹਾਂ। ਗਣਿਤ ਅਤੇ ਆਮ ਕਾਰਜ ਕਰਨ ਲਈ ਆਪਰੇਟਰਸ ਦੀ ਵਰਤੋਂ ਕੀਤੀ ਜਾਂਦੀ ਹੈ। ਐਕਸਪ੍ਰੈਸ਼ਨ ਇੱਕ ਫਾਰਮੂਲਾ ਹੈ। ਐਕਸਪ੍ਰੈਸ਼ਨ ਜੇ ਤੁਸੀਂ ਸਿੰਪਲ ਭਾਸ਼ਾ ਡਿਫਾਈਨ ਕਰੋ, a plus b is equal to c ਇੱਕ ਐਕਸਪ੍ਰੈਸ਼ਨ ਹੈ, ਜਾਂ c is equal to a plus b, ਇਹ ਵੀ ਇੱਕ ਐਕਸਪ੍ਰੈਸ਼ਨ ਹੈ। ਇੱਕ ਫਾਰਮੂਲਾ ਹੁੰਦਾ ਹੈ ਜਾਂ ਛੋਟਾ ਜਿਹਾ ਫਾਰਮੂਲਾ ਨੇ, ਉਸ ਨੂੰ ਐਕਸਪ੍ਰੈਸ਼ਨ ਕਹਿੰਦੇ ਹਨ, ਜੋ ਕਿ ਇੱਕ ਜਾਂ ਇੱਕ ਵੱਧ ਆਪਰੈਂਡਸ ਦੇ ਬਣੇ ਹੁੰਦੇ ਹਨ। ਆਪਰੈਂਡਸ ਮਤਲਬ ਜੋ ਕੰਮ ਕਰ ਰਿਹਾ ਹੈ। a, b and c are operands is equal to plus ਉਹ ਆਪਰੇਟਰਸ ਹਨ ਜਿਨ੍ਹਾਂ ਨਾਲ ਅਸਾਈਨ ਕੀਤੇ ਜਾਂਦੇ ਹਨ। ਆਪਰੇਟਰਸ ਅਤੇ ਐਕਸਪ੍ਰੈਸ਼ਨਸ ਬੁਨਿਆਦੀ ਅਰਥਮੈਟਿਕ ਅਤੇ ਲੌਜੀਕਲ ਆਪਰੇਟਰਸ ਨੂੰ ਆਪਰੇਟ ਕਰਨ ਲਈ ਆਪਰੇਟਰਾਂ ਦੀ ਲੋੜ ਹੁੰਦੀ ਹੈ। ਮਤਲਬ ਤੁਸੀਂ ਕੋਈ ਮੈਥਮੈਟੀਕਲ ਫਾਰਮੂਲਾ, ਕੋਈ ਵੀ ਗਣਨਾ ਕਰਨੀ ਹੈ, ਕੋਈ ਲੌਜਿਕ ਲਗਾਉਣਾ ਹੈ, ਤਾਂ ਤੁਸੀਂ ਉਹਨਾਂ ਨੂੰ ਆਪਰੇਟਰਾਂ ਦੀ ਮਦਦ ਨਾਲ ਚਲਾਓਗੇ ਤੇ ਉਹਨਾਂ ਨੂੰ ਕਨੈਕਟ ਵੀ ਆਪਰੇਟਰਾਂ ਦੀ ਮਦਦ ਨਾਲ ਕਰੋਗੇ। a plus b, a ਤੇ b ਕਨੈਕਟ ਹੋ ਰਿਹਾ, ਜੋੜ ਹੋ ਰਿਹਾ ਇਹਨਾਂ ਦਾ। ਆਪਰੇਟਰਾਂ ਦੁਆਰਾ ਆਪਰੇਟ ਕੀਤਾ ਜਾ ਸਕਦਾ ਹੈ। ਆਪਰੈਂਡ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਜਿਹੜੇ ਮੁੱਲ ਉਹਨਾਂ ਨਾਲ ਵਰਤੇ ਜਾਂਦੇ ਹਨ। ਇਸ ਦਾ ਫਾਰਮੈਟ ਹੈ ਆਪਰੇਟਰ ਆਪਰੈਂਡ 1 ਆਪਰੈਂਡ 2। ਜਿਵੇਂ ਕਿ ਆਹ 2 plus 3 into 4, 2, 3 and 4 operand plus and multiplication are operators। ਹੁਣ ਇਹਨਾਂ ਦਾ ਮੁੱਲ ਕਿਵੇਂ ਵਾਪਸ ਕਰਨਾ ਹੈ, ਇਹ ਸਾਰੇ ਐਕਸਪ੍ਰੈਸ਼ਨ ਦੇ ਜੋ ਕਿ ਤੁਸੀਂ ਐਕਸਪ੍ਰੈਸ਼ਨ ਦਿੱਤਾ ਹੈ ਉਸ ਅਨੁਸਾਰ ਹੋਵੇਗਾ। ਤਿੰਨ ਤਰ੍ਹਾਂ ਦੇ ਆਪਰੇਟਰ ਹੁੰਦੇ ਹਨ, ਯੂਨਰੀ, ਬਾਈਨਰੀ ਐਂਡ ਟਰਨਰੀ। ਯੂਨਰੀ ਆਪਰੇਟਰ ਉਹ ਆਪਰੇਟਰ ਜਿਹੜਾ ਕੇਵਲ ਇੱਕ ਆਪਰੈਂਡ ਤੇ ਕੰਮ ਕਰਦਾ ਹੈ। ਨਾਮ ਤੋਂ ਹੀ ਪਤਾ ਲੱਗਦਾ ਹੈ, ਸਿੰਗਲ, ਇੱਕ ਤੇ ਕੰਮ ਕਰਨ ਵਾਲਾ। ਯੂਨਰੀ ਮਾਈਨਸ ਇਹ ਆਪਰੇਟਰ ਦਾ ਇੱਕ ਮਹੱਤਵਪੂਰਨ ਭਾਗ ਹੁੰਦਾ ਹੈ। ਯੂਨਰੀ ਮਾਈਨਸ ਦੇ ਨਾਲ ਸੰਬੰਧਿਤ ਕੋਈ ਵੀ ਪੋਜ਼ਿਟਿਵ ਆਪਰੈਂਡ ਦੀ ਮੁੱਲ ਦੀ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ ਤੇ a is equal to 5, b is equal to 7, then c is equal to a plus minus b। ਇਹ ਐਕਸਪ੍ਰੈਸ਼ਨ ਤੁਸੀਂ ਲਾਤਾ ਤਾਂ ਇਹਦਾ ਮੁੱਲ -2 ਆਟੋਮੈਟਿਕਲੀ ਆ ਜਾਵੇ। ਬੁਨਿਆਦੀ ਆਪਰੇਟਰ, ਇਹ ਆਪਰੇਟਰ ਦੋ ਆਪਰੈਂਡਸ ਤੇ ਕੰਮ ਕਰਦੇ ਹਨ। ਬਾਈਨਰੀ, ਬਾਈਨਰੀ ਮੀਨਸ 2। ਬਾਈਨਰੀ ਆਪਰੇਟਰਸ ਦੀਆਂ ਸ਼੍ਰੇਣੀਆਂ ਅਰਥਮੈਟਿਕ ਆਪਰੇਟਰ, ਲੌਜੀਕਲ, ਰਿਲੇਸ਼ਨ ਤੇ ਬਿਟ ਵਾਈਜ਼। ਪਹਿਲਾਂ ਅਰਥਮੈਟਿਕ, ਜਿਵੇਂ ਕਿ ਨਾਂ ਤੋਂ ਹੀ ਪਤਾ ਚੱਲਦਾ ਹੈ, ਮੈਥਮੈਟੀਕਲ ਹਿਸਾਬ ਕਿਤਾਬ ਵਾਲਾ, ਪਲੱਸ ਮਾਈਨਸ ਸਟਾਰ ਡਿਵਾਈਡ ਜਾਂ ਪਰਸੈਂਟੇਜ, ਮੋਡੂਲਸ। ਮੋਡੂਲਸ ਆਪਰੇਟਰ ਪੂਰਨ ਅੰਕ ਵੰਡ ਬਾਅਦ ਰਿਮਾਈਂਡਰ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ। ਜੇ ਤੁਸੀਂ ਉਹਦੇ ਵਿੱਚੋਂ ਰਿਮਾਈਂਡਰ ਪ੍ਰਾਪਤ ਕਰਨਾ, x ਪਰਸੈਂਟੇਜ y, ਤਾਂ ਇਹਨਾਂ ਦੀ ਡਿਵਾਈਡ ਤੋਂ ਬਾਅਦ ਕੀ ਮੁੱਲ ਆਵੇਗਾ ਉਹ ਇੱਥੇ ਪਤਾ ਲੱਗੇਗਾ। ਇਹ ਕੁਝ ਉਦਾਹਰਨਾਂ ਹਨ। a plus b, ਜੇ a ਦਾ ਮੁੱਲ 12.5 ਤੇ b ਦਾ ਮੁੱਲ 2.5 ਹੈ, ਤਾਂ ਇਸ ਦੇ ਅਨੁਸਾਰ ਜੇ ਤੁਸੀਂ ਇਹਨਾਂ ਐਕਸਪ੍ਰੈਸ਼ਨ ਦੇ ਵਿੱਚ ਫਿੱਟ ਕਰਦੇ ਹੋ ਤਾਂ ਮੁੱਲ ਆਵੇਗਾ। ਜੇ a ਦੀ ਵੈਲਿਊ 10 ਤੇ b ਦੀ ਵੈਲਿਊ 3 ਹੈ, ਤਾਂ ਇਹਨਾਂ ਦੇ ਮੁਤਾਬਿਕ ਆ ਆਵੇਗਾ। ਹੁਣ ਧਿਆਨ ਨਾਲ ਮੋਡੂਲਸ ਆਪਰੇਟਰ ਦੇ ਬਾਰੇ ਦੇਖੋ। 10 ਡਿਵਾਈਡਡ ਬਾਈ 3 ਕਿੰਨਾ ਹੋਏਗਾ? 1। ਦੈਨ ਆਪਰੇਸ਼ਨ ਅਤੇ ਹਾਇਰਾਰਕੀਕਲ ਆਰਡਰ। ਹਾਇਰਾਰਕੀ ਮਤਲਬ ਕਿਸ ਤਰੀਕੇ ਨਾਲ ਵੱਡਾ ਕੋਈ ਛੋਟਾ ਕਿਸ ਤਰੀਕੇ ਨਾਲ ਵਰਤੇ ਜਾਂਦੇ ਹਨ।
ਭਾਵੇਂ ਕਿ ਐਕਸਪ੍ਰੈਸ਼ਨ ਆਪਰੇਟਰ ਅਤੇ ਵੇਰੀਏਬਲਸ ਦੇ ਨਾਲ ਪ੍ਰਗਟਾਏ ਜਾਂਦੇ ਹਨ, ਪਰ ਸੀ ਕੰਪਾਈਲਰ ਇਹਨਾਂ ਨੂੰ ਚਲਾਉਣ ਲਈ ਇੱਕ ਵਿਸ਼ੇਸ਼ ਰੂਪ ਵਿੱਚ ਦਰਜਬੰਦ ਕਰਦੇ ਹਨ। ਸਭ ਤੋਂ ਪਹਿਲਾਂ ਜੇ ਸਟਾਰ ਡਿਵਾਈਡ ਜਾਂ ਪਰਸੈਂਟੇਜ ਲੱਗਿਆ ਹੈ ਤਾਂ ਇਹ ਖੱਬੇ ਤੋਂ ਸੱਜੇ ਚੱਲੇਗਾ, ਪਹਿਲਾ ਦੂਜਾ ਤੀਜਾ। ਪਲੱਸ ਤੇ ਮਾਈਨਸ ਦੈਨ ਖੱਬੇ ਤੋਂ ਸੱਜੇ ਹੀ ਚੱਲਣੇ ਨੇ। ਪਹਿਲਾਂ ਸਭ ਤੋਂ ਪਹਿਲਾਂ ਇਹ ਸੋਲਵ ਹੋਵੇਗਾ, ਫਿਰ ਆਹ ਸੋਲਵ ਹੋਵੇਗਾ। ਹਾਇਰਾਰਕੀ ਆਫ ਆਪਰੇਟਰਸ ਔਰ ਦਾ ਪ੍ਰੀਸੀਡੈਂਸ ਆਫ ਦਾ ਆਪਰੇਟਰ ਕਿਵੇਂ ਪਹਿਲਾਂ ਚੱਲਦੇ ਹਨ। ਤੁਸੀਂ ਹਿਸਾਬ ਦੇ ਵਿੱਚ ਬੋਰਡ ਮਾਸ ਫਾਰਮੂਲਾ ਵਰਤਦੇ ਹੋ, ਬ੍ਰੈਕਟਸ ਪਹਿਲਾਂ ਫਿਨਿਸ਼ ਹੁੰਦੀਆਂ ਹਨ, ਸਕੁਆਇਰ ਬ੍ਰੈਕਟਸ ਦੈਨ ਪਲੱਸ ਮਾਈਨਸ, ਉਸੇ ਤਰ੍ਹਾਂ ਹੀ ਇਸ ਦੇ ਵਿੱਚ ਵੀ ਚੱਲਦਾ ਹੈ। ਪੈਰੇਂਥੇਸਿਸ, ਸਕੁਆਇਰ ਬ੍ਰੈਕਟਸ x ਪਲੱਸ ਪਲੱਸ ਆਪਰੇਟਰ ਦੇ ਬਾਅਦ ਲੱਗਿਆ ਹੋਇਆ ਹੈ, ਆਪਰੇਟਰ ਤੋਂ ਪਹਿਲਾਂ ਲੱਗਿਆ ਹੋਇਆ ਹੈ, ਪ੍ਰੀਫਿਕਸ। ਦੈਨ ਮਲਟੀਪਲੀਕੇਟਿਵ, ਐਡੀਟਿਵ, ਰਿਲੇਸ਼ਨਲ, ਰਿਲੇਸ਼ਨ ਪੈਦਾ ਕਰਨਾ, ਇਕੁਐਲਿਟੀ, ਬੂਲੀਅਨ, ਜੋ ਕਿਸੇ ਦਾ ਮੁੱਲ ਇੱਕ ਦੂਜੇ ਦੇ ਵਿੱਚ ਬਰਾਬਰ ਕਰਦਾ ਹੈ ਜਾਂ ਇੱਕ ਦਾ ਮੁੱਲ ਦੂਜੇ ਨੂੰ ਪ੍ਰਦਾਨ ਕਰਦਾ ਹੈ। ਲੌਜਿਕ, ਆ ਤੇ ਆ, ਲੌਜਿਕ ਔਰ, ਇਹ ਮੁੱਲ ਵੀ ਇਹ ਮੁੱਲ ਜਾਂ ਦੂਸਰਾ ਮੁੱਲ, ਅਸਾਈਨਮੈਂਟ, ਕਿਸੇ ਵੈਲਿਊ ਨੂੰ ਅਸਾਈਨ ਕਰਨਾ। ਮਿਸਾਲ ਦੇ ਤੌਰ ਤੇ a is equal to 3 star 3 divided by 7 plus 3 divided by 3 plus 8 minus 2 plus 5.8। ਹੁਣ ਇਹ ਇਸ ਤਰ੍ਹਾਂ ਚੱਲੇਗਾ, ਸਭ ਤੋਂ ਪਹਿਲਾਂ ਸਟਾਰ, ਫਿਰ ਡਿਵਾਈਡ, ਦੈਨ ਪਲੱਸ, ਫਿਰ ਮਾਈਨਸ, ਐਂਡ ਦੇ ਵਿੱਚ ਆ ਗਏ। ਬਹੁਤ ਛੋਟੀ ਜੀ ਐਗਜ਼ਾਮਪਲ ਦਿੱਤੀ ਗਈ ਹੈ ਅਰਥਮੈਟਿਕ ਆਪਰੇਟਰ ਦੀ, ਵੈਲਿਊ ਤੇ ਕਨਸਟੈਂਟਸ ਕੱਢਣ ਦੀ। ਤੇ ਜੇ ਤੁਸੀਂ ਕਿਸੇ ਦਾ ਪੇ ਕੈਲਕੂਲੇਟ ਕਰਨੀ ਹੈ, ਕਿਸੇ ਦਾ ਤਨਖਾਹ ਕੈਲਕੂਲੇਟ ਕਰਨੀ ਹੈ, ਦੈਨ ਤੁਸੀਂ ਕਿਸੇ ਘੰਟੇ ਦੇ ਅਨੁਸਾਰ ਉਹਨੇ ਕਿੰਨੇ ਘੰਟੇ ਕਿੰਨੇ ਪ੍ਰਤੀ ਦਰ ਕੰਮ ਕੀਤਾ, ਤੁਸੀਂ ਸਿੰਪਲ ਫਾਰਮੂਲਾ ਲਗਾ ਕੇ ਕਰ ਸਕਦੇ ਹੋ। ਡਿਫਰੈਂਸ ਕੱਢਣਾ ਹੋਵੇ, ਹਮੇਸ਼ਾ ਯਾਦ ਰੱਖੋ ਸੀ ਇੱਕ ਲੈਂਗੁਏਜ ਹੈ, ਕੰਪਿਊਟਰ ਲੈਂਗੁਏਜ ਹੈ। ਤੁਸੀਂ ਇਸ ਨੂੰ ਬਿਨਾਂ ਡਿਜ਼ਾਈਨ ਕੀਤੇ, ਬਿਨਾਂ ਆਪਣੀ ਅਚੀਵਮੈਂਟ ਦੇ ਇਸ ਨੂੰ ਨਹੀਂ ਸਿੱਖ ਸਕਦੇ। ਕੋਸ਼ਿਸ਼ ਕਰੋ ਕਿ ਇਹ ਸਾਰੇ ਪ੍ਰੋਗਰਾਮਾਂ ਨੂੰ ਬਣਾ ਕੇ ਦੇਖੋ। ਜੇ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਸੰਪਰਕ ਕਰ ਸਕਦੇ ਹੋ। ਰਿਲੇਸ਼ਨਲ ਐਂਡ ਲੌਜੀਕਲ ਆਪਰੇਟਰ, ਨਾਂ ਤੋਂ ਹੀ ਪਤਾ ਚੱਲਦਾ ਹੈ ਰਿਲੇਸ਼ਨ, ਦੋ ਆਪਰੈਂਡਸ ਦੇ ਵਿਚਾਲੇ ਰਿਲੇਸ਼ਨ ਕੀ ਹੈ। ਲੈਸ ਦੈਨ, ਕਿ a ਲੈਸ ਦੈਨ b ਹੈ ਜਾਂ a ਲੈਸ ਦੈਨ ਇਜ਼ ਇਕੁਅਲ ਟੂ b ਹੈ। ਘੱਟ ਜਾਂ ਬਰਾਬਰ, ਵੱਡਾ, ਵੱਡਾ ਜਾਂ ਬਰਾਬਰ, ਬਰਾਬਰ। ਹੁਣ ਜੇ ਤੁਸੀਂ ਬਰਾਬਰ ਦਰਸਾਉਣਾ ਹੈ ਤਾਂ 2 ਇਜ਼ ਇਕੁਅਲ ਟੂ ਲੱਗਦੇ ਹਨ। ਦੈਨ ਨਾਟ ਬਰਾਬਰ, ਮਤਲਬ ਇਸ ਦੇ ਬਰਾਬਰ ਨਹੀਂ ਹੈ। ਮਿਸਾਲ ਦੇ ਤੌਰ ਤੇ ਇਸ ਦੀ ਵੈਲਿਊ x is equal to 2, y is equal to 2। ਜੇ if x ਦੀ ਵੈਲਿਊ y ਦੇ ਬਰਾਬਰ ਹੈ then ਆਉਟਪੁੱਟ ਕੀ ਆਵੇ। ਲੌਜੀਕਲ, ਲੌਜਿਕ ਲਗਾਉਣਾ ਹੋਵੇ, ਮਤਲਬ ਇਹ ਚੀਜ਼ ਵੀ ਤੇ ਇਹ ਚੀਜ਼ ਵੀ, ਜਾਂ ਇਹ ਚੀਜ਼ ਜਾਂ ਇਹ ਚੀਜ਼ ਜਾਂ ਇਹ ਚੀਜ਼ ਨਹੀਂ, ਉੱਥੇ ਆਪਾਂ ਲੌਜਿਕ ਵਰਤਦੇ ਹਾਂ। ਲੌਜਿਕ ਦੇ ਲਈ 2 ਐਂਪਰਸੈਂਡ ਸਾਈਨ ਜਾਂ ਲੌਜਿਕ ਦੇ ਆ ਸਾਈਨ ਲੱਗਦੇ ਹਨ। ਲੌਜਿਕ ਐਂਡ, ਦੋਨੇ ਐਕਸਪ੍ਰੈਸ਼ਨ ਸਹੀ ਹੋਣਗੇ, ਮਤਲਬ ਤੁਸੀਂ ਜਿੱਥੇ ਐਂਡ ਵਰਤਿਆ ਉਹ ਐਕਸਪ੍ਰੈਸ਼ਨ ਦੇ ਵਿੱਚ ਦੋਨੇ ਕੰਡੀਸ਼ਨ ਸਹੀ ਹੋਣਗੀਆਂ ਤਾਂ ਹੀ ਐਕਸਪ੍ਰੈਸ਼ਨ ਅੱਗੇ ਵਧੇਗਾ। ਇਹਨਾਂ ਦੇ ਵਿੱਚੋਂ ਇੱਕ ਕੰਡੀਸ਼ਨ ਸਹੀ ਹੋਏਗੀ ਔਰ ਲੱਗ ਗਿਆ ਤਾਂ ਅੱਗੇ ਵੱਧ ਸਕਦਾ ਹੈ। ਜੇ ਯੂਜ਼ਰ ਕਹਿੰਦਾ ਹੈ ਕਿ ਇਹ ਕੰਡੀਸ਼ਨ ਇਸ ਦੇ ਬਰਾਬਰ ਨਹੀਂ ਹੈ ਤਾਂ ਵੀ ਨਾਟ ਵਰਤਿਆ ਜਾ ਸਕਦਾ ਹੈ। ਅਸਾਈਨਮੈਂਟ ਆਪਰੇਟਰ, ਇਕੁਅਲ ਟੂ, ਅਸਾਈਨਡ ਕਿਸੇ ਵੈਲਿਊ ਨੂੰ ਉਸ ਦੀ ਅਸਾਈਨਮੈਂਟ ਕਰਨੀ, ਮੁੱਲ ਅਸਾਈਨ ਕਰਨਾ। ਸਿੰਪਲੀ x plus is equal to y ਜਾਂ x is equal to x plus y ਸੇਮ ਤਰੀਕੇ ਨਾਲ ਲਿਖੇ ਜਾ ਸਕਦੇ ਆ ਕਿਉਂਕਿ ਉਸ ਨੂੰ ਇੰਕਰੀਮੈਂਟ ਕਰ ਰਹੇ ਹਨ। ਇਸ ਦਾ ਮੁੱਲ x is equal to y ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਮਲਟੀਪਲ ਅਸਾਈਨਮੈਂਟ, ਇੱਕ ਹੀ ਸਟੇਟਮੈਂਟ ਦੇ ਵਿੱਚ ਮਲਟੀਪਲ ਅਸਾਈਨਮੈਂਟ ਕੀਤੀਆਂ, ਤੁਸੀਂ ਇਹਨਾਂ ਤਿੰਨਾਂ ਦੀ ਵੈਲਿਊ 10 ਦੇ ਰਹੇ ਹੋ ਇੰਟੀਜਰ ਡਾਟਾ ਟਾਈਪ ਦੇ ਵਿੱਚ।
ਹੁਣ ਇਸ ਸਮੱਸਿਆ ਦੇ ਵਿੱਚ ਜੇਕਰ x = 11 y = 6 ਹੈ ਦੈਨ ਰਿਜ਼ਲਟੈਂਟ ਮੁੱਲਾਂ ਨੂੰ ਹੇਠ ਵੈਲਿਊ ਦੇ ਕਾਲਮ ਦੇ ਵਿੱਚ ਡਿਵਾਈਡ ਕਰਨਾ ਹੈ, ਬਣਾ ਕੇ ਦੇਖਣਾ ਹੈ ਵੈਲਿਊ। ਇੰਕਰੀਮੈਂਟ ਐਂਡ ਡਿਕਰੀਮੈਂਟ ਆਪਰੇਟਰਸ, ਵਧਾਉਣਾ ਜਾਂ ਘਟਾਉਣਾ, ਵਾਧੇ ਕ੍ਰਮ 'ਚ ਲਿਖਣਾ ਜਾਂ ਘਟਦੇ ਕ੍ਰਮ 'ਚ ਲਿਖਣਾ ਜਾਂ ਉਹਨਾਂ ਨੂੰ ਘਟਦੇ ਕ੍ਰਮ 'ਚ ਲੈ ਕੇ ਆਉਣਾ। ਪ੍ਰੀਫਿਕਸ ਜਾਂ ਪੋਸਟਫਿਕਸ ਕਹਿੰਦੇ ਹਨ। ਪ੍ਰੀਫਿਕਸ ਮਤਲਬ ਉਹ ਤੋਂ ਪਹਿਲਾਂ ਲੱਗੇ, ਪੋਸਟਫਿਕਸ ਮਤਲਬ ਆਪਰੇਟਰ ਤੋਂ ਆਪਰੈਂਡ ਤੋਂ ਬਾਅਦ ਲੱਗੇ, ਪਹਿਲਾਂ ਬਾਅਦ। ਇਸ ਤਰੀਕੇ ਨਾਲ ਪੋਸਟ ਇੰਕਰੀਮੈਂਟ, ਪੋਸਟ ਡਿਕਰੀਮੈਂਟ, ਵੱਧ ਰਿਹਾ ਆਪਰੈਂਡ ਤੋਂ ਬਾਅਦ, ਆਪਰੈਂਡ ਤੋਂ ਬਾਅਦ ਘਟ ਰਿਹਾ। ਦੈਨ ਪ੍ਰੀ ਇੰਕਰੀਮੈਂਟ, ਪਹਿਲਾਂ ਡਿਕਰੀਜ਼ ਹੋਵੇ ਉਹਦੀ ਵੈਲਿਊ, ਫਿਰ ਉਹਦਾ ਪਤਾ ਲੱਗੇ ਵੈਲਿਊ ਦਾ। ਸੇਮ, ਇਹ ਬਹੁਤ ਹੀ ਸੌਖੇ ਛੋਟੇ ਛੋਟੇ ਸੀ ਦੇ ਪ੍ਰੋਗਰਾਮ ਹਨ। ਤੁਸੀਂ ਸੀ ਦਾ ਸੀ ਟਰਬੋ ਸੀ ਖੋਲ ਕੇ ਇਹਨਾਂ ਨੂੰ ਬਣਾਓ ਤੇ ਐਰਰਸ ਫਾਈਂਡ ਆਊਟ ਕਰੋ। ਟਰਨਰੀ ਆਪਰੇਟਰਸ, ਇਹ ਸੀ ਵਿੱਚ ਕੰਡੀਸ਼ਨਲ ਆਪਰੇਟਰ ਹੈ ਜੋ ਕੰਡੀਸ਼ਨ ਪੈਦਾ ਕਰਦਾ ਹੈ। ਇਹ 3 ਆਪਰੈਂਡਸ ਯੂਜ਼ ਕਰਦਾ ਹੈ, 3 ਆਪਰੈਂਡਸ ਤੇ ਲਾਗੂ ਹੁੰਦਾ ਹੈ, ਜਿਵੇਂ ਕਿ ਐਕਸਪ੍ਰੈਸ਼ਨ 1 ਵੈਲਿਊ ਤੇ ਵੈਲਿਊਜ਼। ਮਿਸਾਲ ਦੇ ਤੌਰ ਤੇ x ਦੀ ਵੈਲਿਊ ਹੈ, ਜੇ ਕਹੀਏ x ਦੀ ਵੈਲਿਊ y <z ਕੁਐਸਚਨ ਮਾਰਕ y #z, ਇੱਥੇ x ਨੂੰ y ਦਾ ਮੁੱਲ ਅਸਾਈਨ ਹੋਏਗਾ ਅਤੇ ਬਸ਼ਰਤੇ ਜਿਹੜੀ ਸ਼ਰਤ ਰੱਖੀ ਗਈ ਹੈ y ਤੇ z ਨਾਲੋਂ ਘੱਟ ਹੋਵੇ, ਵਰਨਾ z ਦੇ ਮੁੱਲ ਨੂੰ ਅਸਾਈਨ ਨਹੀਂ ਹੋਣਾ ਚਾਹੀਦਾ। ਕੋਮਾ, ਕੋਮਾ ਤੁਸੀਂ ਯੂਜ਼ ਕਰਦੇ ਹੋ ਜਦੋਂ ਤੁਸੀਂ ਇੱਕ ਸਟੇਟਮੈਂਟ ਦੇ ਵਿੱਚ ਡਿਵਾਈਡ ਪੈਦਾ ਕਰਦੇ ਹੋ, ਜਿਵੇਂ ਕਿ ਇੱਥੇ a = 4। ਹੁਣ ਇੰਟੀਜਰ ਡਾਟਾ ਟਾਈਪ ਦੀ ਵੈਲਿਊ ਤੁਸੀਂ ਕਹਿ ਰਹੇ ਹੋ ਕਿ a ਇੱਕ ਇੰਟੀਜਰ ਡਾਟਾ ਟਾਈਪ ਹੈ ਤੇ b ਵੀ ਇੱਕ ਇੰਟੀਜਰ ਡਾਟਾ ਟਾਈਪ ਹੈ, ਜਿਸ ਦੀ ਵੈਲਿਊ ਤੁਸੀਂ ਆਲਰੇਡੀ ਡਿਫਾਈਨ ਕਰ ਰਹੇ ਹੋ, ਪਰ ਲਾਈਨ ਦੀ ਫਿਨਿਸ਼ਿੰਗ ਇੱਥੇ ਹੋ ਰਹੀ ਹੈ, ਸਟੇਟਮੈਂਟ ਫਿਨਿਸ਼ ਨਹੀਂ ਹੋ ਰਹੀ। ਕੋਮਾ ਦੱਸਦਾ ਹੈ ਕਿ b result2 ਤੇ a ਇੰਟੀਜਰ ਡਾਟਾ ਟਾਈਪ ਦੇ ਹਨ। ਜੇ ਤੁਸੀਂ ਇੱਥੇ ਸੈਮੀਕੋਲਨ ਵਰਤ ਲਓਗੇ ਤਾਂ ਤੁਹਾਨੂੰ ਦੁਬਾਰਾ ਇੰਟੀਜਰ ਯੂਜ਼ ਕਰਨਾ ਪਵੇਗਾ। ਸਾਈਜ਼ ਆਫ ਆਪਰੈਂਡ ਜਾਂ ਆਪਰੇਟਰ, ਤੁਹਾਡੇ ਆਪਰੇਟਰ ਦਾ ਸਾਈਜ਼ ਕੀ ਹੈ। ਬਿਟ ਵਾਈਜ਼ ਆਪਰੇਟਰ, ਸਮੁੱਚੀ ਡਾਟਾ ਆਈਟਮ ਮੈਮਰੀ ਵਿੱਚ ਬਿਟਸ 0 and 1 ਹੁੰਦੀਆਂ ਹਨ, ਦੇ ਸਾਰ ਵਜੋਂ ਸਟੋਰ ਕੀਤੇ ਹੁੰਦੇ ਹਨ, ਜੋ ਪ੍ਰੋਗਰਾਮ ਵਿੱਚ ਇਹਨਾਂ ਬਿਟਸ ਦੀ ਵਿਉਂਤਬੰਦੀ ਦੀ ਜ਼ਰੂਰਤ ਹੁੰਦੀ ਹੈ। ਬਿਟ 0 and 1 ਰਿਮੈਂਬਰ, ਔਨ ਜਾਂ ਆਫ। ਇਸ ਦੀ ਵੈਲਿਊ ਸਾਈਜ਼ ਆਫ x y ਕਰੈਕਟਰ ਐਂਡ ਡਬਲ, ਇਹ ਤੁਸੀਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਹੈ ਕਿ ਇੰਟੀਜਰ ਡਾਟਾ ਟਾਈਪ ਦਾ ਕਿੰਨਾ ਸਾਈਜ਼ ਹੁੰਦਾ ਹੈ, ਡਬਲ ਦਾ ਕਿੰਨਾ, ਕਰੈਕਟਰ ਦਾ ਕਿੰਨਾ ਤੇ ਫਲੋਟ ਦਾ ਕਿੰਨਾ, ਇਹ ਉਹਨਾਂ ਦਾ ਮੁੱਲ ਸ਼ੋ ਕਰੇਗਾ। ਇਸ ਦੇ ਨਾਲ ਹੀ ਤੁਹਾਡਾ ਆਪਰੇਟਰਸ ਐਂਡ ਐਕਸਪ੍ਰੈਸ਼ਨ ਚੈਪਟਰ ਖਤਮ ਹੁੰਦਾ ਹੈ। ਯਾਦ ਰੱਖੋ ਕਿ ਸੀ ਦੇ ਪ੍ਰੋਗਰਾਮ ਨੂੰ ਬਣਾ ਕੇ ਦੇਖੋ, ਅਦਰਵਾਈਜ਼ ਤੁਹਾਨੂੰ ਥਿਓਰੈਟੀਕਲ ਪਾਰਟ ਨਹੀਂ ਸਮਝ ਆਵੇਗਾ ਜਾਂ ਬਹੁਤ ਘੱਟ ਸਮਝ ਆਵੇਗਾ। ਜੇ ਕਿਸੇ ਨੂੰ ਕਿਸੇ ਚੀਜ਼ ਦੀ ਵੀ ਸਹਾਇਤਾ ਹੈ ਜਾਂ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਮੈਥੋਂ ਪੁੱਛ ਸਕਦਾ ਹੈ। ਧੰਨਵਾਦ।